अस्सलाम वालेकुम। एक फैक्ट्री दे विच एक बहुत बड़ा समझ लो निज़ाम चलदा सी पिया कि बई उहदे विच प्रोजेक्ट मैनेजर सी, इंजीनियर सी, सुपरवाइज़र सी, क्लर्क सी और सारे लेबर तबका ज़ीरो तो लैके तो समझ लो कि 100 तक सी। बिला नागा सुबह के टाइम फैक्ट्री जिस वक्त चलती सी उस टाइम सारी लेबर और जोड़े दूसरे अफीसर सन दफ्तर के अपने मौजूद सी। तो एक बंदा उन्होंने भर्ती किया जोड़ा कि उन्होंने तो काफ़ी अरसा बाद आया, काफ़ी साल बाद आया, लेकिन जिस वक्त वो आया तो उन्हें आन के भर्ती हो गया एक कह सकते हो क्लर्क की हैसीयत नाल कि भाई फाइलां शाइलां ये वो क्लीयर करता सी। कुछ अरसे बाद उन्हें देखा कि भी मेरा तो काम बहुत जल्दी ख़त्म हो जाता है, 2-3 घंटे 4 घंटे मैं ख़त्म कर देना और बाकी 4 घंटे मैं फारग होना। तो उन्हें अपने तो सीनियर जोड़ा ना वो कोले गया और उन्होंने कहा कि सर कोई काम शम है तो मैं दस दो ताकि मैं थोड़ा काम थोड़ी मदद कर देंगा। उन्हें कहा वाह बे वाह ये तो बड़ा चंगा बंदा लग गया है, सादा है ना, बिल्कुल सादा, ਇਹਦਾ दिमागों पैदल है तो चलो ਇਹਦੇ ਕੋਲੋਂ फ़ायदा चुको ਇਹਨੂੰ नाले ਇਹਦੇ ਕੋਲੋਂ काम लवो। ਉਹਦਾ काम भी उन्हें घंटे डेढ़ च मुका के तो उस तो बाद उन्हें इंजीनियर को टुर गया तो कहना सर कोई काम शम है तो दस दिया करो क्योंकि मैं फारग हो जाना तो मैं समझना कि भाई मैं बजाए फारग बहन दे मैं कोई काम थोड़ी मदद कर देंगा। उन्हें कहा यार मेरिया 2-4 फाइलां ने या मेरी फलाना चीज़ है वो परचेज़ कर दे तो वो लिया के इत्थे रख दे। उन्हें कहा जी ठीक है, वो कर दिता। उन्हें उहदे नाल भी इस तरह ही जाना और जिहड़ा उहदा कोई काम होना कर देना, हत्ता कि प्रोजेक्ट मैनेजर तक की मदद वो करन लग पिया। लेकिन फ़र्क नहीं उन्हें बैठना। असल चीज़ है कि बंदा मेहनती बहुत सी, अगर उस तो बाद भी वो टाइम बच जाता ना तो सीधा लेबर को टुर जाता सी, किसी नाल बेलचे नाल ਉਹਦੇ ਨਾਲ ਮਿੱਟੀ ਚੁੱਕਣਾ ਸ਼ੁਰੂ ਕਰ ਦੇਣਾ, ਕਿਸੇ ਸਰੀਆ ਵਾਲੇ ਨਾਲ ਸਰੀਆ ਬੰਨਣਾ ਸ਼ੁਰੂ ਕਰ ਦੇਣਾ, ਕਿਸੇ ਮਿਸਤਰੀ ਨਾਲ ਜਿਹੜੀ ਮਦਦ ਹੋ ਸਕਦੀ ਸੀ ਨਾ ਉਹ ਮਦਦ ਕਰਦਾ ਸੀ। ਉਹਦਾ ਇਹੀ ਕੰਮ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ, ਬਲਕਿ ਓਵਰ ਟਾਈਮ ਵੀ ਉਹ ਲਾ ਲੈਂਦਾ ਸੀ ਔਰ ਕੋਈ ਉਹਦਾ ਮੁਆਵਜ਼ਾ ਨਹੀਂ ਸੀ ਲੈਂਦਾ। ਲੇਕਿਨ ਇਹ ਕਿ ਕੋਸ਼ਿਸ਼ ਕਰਦਾ ਰਹਿੰਦਾ ਸੀ ਕਿ ਚਲੋ ਕਿਸੇ ਤਾਂ ਕਿ ਉਹਨੂੰ ਉਹਦਾ ਤਜਰਬਾ ਜਿਹੜਾ ਹੈ, ਉਹਦਾ ਐਕਸਪੀਰੀਅੰਸ, ਉਹਦੇ ਦਿਮਾਗ ਦੇ ਵਿੱਚ, ਉਹਦੀ ਬਾਡੀ ਦੇ ਵਿੱਚ ਹਰ ਚੀਜ਼ ਦਾ ਵਜ਼ਨ ਬਰਾਬਰ ਹੋ ਜਾਂਦਾ ਸੀ ਕਿ ਵੀ ਕਿਹੜਾ ਬੰਦਾ ਕਿੰਨਾ ਕੰਮ ਕਰ ਰਿਹਾ ਔਰ ਉਹਨੂੰ ਵਾਕਈ ਇਹਦੇ ਵਿੱਚ ਕਿੰਨੀ ਕਰ ਉਹਦੀ ਕੁਵਤ ਲੱਗ ਰਹੀ, ਕਿੰਨੀ ਤਾਕਤ ਲੱਗ ਰਹੀ। ਐਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ ਔਰ ਗੁਜ਼ਰਦਿਆਂ ਇੱਕ ਦਿਨ ਮਾਲਕ ਨੇ ਇਹ ਗੱਲ ਕਹੀ ਕਿ ਮੈਂ ਫੈਕਟਰੀ ਵੇਚਣਾ ਚਾਹਨਾ, ਮੈਂ ਫੈਕਟਰੀ ਦੇਣਾ ਚਾਹਨਾ ਆ ਔਰ ਮੈਂ ਇੱਥੋਂ ਜਾਣਾ ਹੈ ਵਾਪਸ ਆਪਣੇ ਵਤਨ ਵਿੱਚ ਕਿਸੇ ਦੂਸਰੇ ਮੁਲਕ ਦੇ ਵਿੱਚ, ਅਤੇ ਲਿਹਾਜ਼ਾ ਮੈਂ ਇਸ ਫੈਕਟਰੀ ਨੂੰ ਸੰਭਾਲ ਨਹੀਂ ਸਕਦਾ ਅਤੇ ਮੈਂ ਫੈਕਟਰੀ ਦੇਣਾ ਚਾਹਨਾ ਆ। ਅਤੇ ਮੈਂ ਚਾਹੁੰਦਾ ਕਿ ਵੀ ਸਾਰੀ ਫੈਕਟਰੀ ਦੇ ਜਿੰਨੇ ਮੁਲਾਜ਼ਮੀਨ ਨੇ ਉਹ ਇਕੱਠੇ ਹੋਵਣ ਅਤੇ ਉਹਨਾਂ ਦੇ ਵਿੱਚ ਮੈਂ ਐਲਾਨ ਕਰਾਂ। ਹੁਣ ਪ੍ਰੋਜੈਕਟ ਮੈਨੇਜਰ ਸਭ ਤੋਂ ਜ਼ਿਆਦਾ ਉਮੀਦਵਾਰ ਸੀ ਕਿਉਂਕਿ ਉਹ ਬੜਾ ਕਰੀਬ ਸੀ। ਪ੍ਰੋਜੈਕਟ ਮੈਨੇਜਰ ਜ਼ਾਹਿਰ ਹੈ ਜਿਹੜਾ ਮਾਲਕ ਦੇ ਸਭ ਤੋਂ ਪਹਿਲਾਂ ਤਾਂ ਉਹੀ ਕਰੀਬ ਹੁੰਦਾ। ਫਿਰ ਇੰਜੀਨੀਅਰ ਨੂੰ ਬੜਾ ਫਖਰ ਸੀ ਵੀ ਮੇਰੀ ਇੰਜੀਨੀਅਰ ਦੀ ਵਜ੍ਹਾ ਨਾਲ ਜਿਹੜਾ ਉਹ ਫੈਕਟਰੀ ਚੱਲ ਰਹੀ ਹੈ ਔਰ ਜਿੱਥੇ ਕੋਈ ਪ੍ਰੋਬਲਮ ਬਣਦੀ ਹੈ ਮੈਂ ਹੀ ਉਹ ਹੱਲ ਕਰਨਾ ਹੈ, ਬਾਕੀ ਮੈਂ ਸੁੱਤਾ ਰਹਿਣਾ ਆ ਬਾਈ ਬੇਸ਼ੱਕ। ਲੇਕਿਨ ਜਦੋਂ ਕੋਈ ਮਸਲਾ ਬਣਦਾ ਤਾਂ ਫਿਰ ਮੇਰੇ ਕੋਲੋਂ ਹੀ ਉਹ ਮਦਦ ਮੰਗਦੇ ਨੇ। ਸੁਪਰਵਾਈਜ਼ਰ ਨੂੰ ਬੜੀ ਉਮੀਦ ਸੀ, ਲੇਕਿਨ ਉਸ ਤੋਂ ਬਾਅਦ ਤਾਂ ਫਿਰ ਕੋਈ ਕਿਸੇ ਨੂੰ ਉਮੀਦ ਨਹੀਂ ਸੀ ਕਿਉਂਕਿ ਇਹ ਹੀ ਅਫੀਸਰ ਹੁੰਦੇ ਨੇ। ਹੱਤਾ ਕਿ ਨਾਲ ਵਾਲੀਆਂ ਫੈਕਟਰੀਆਂ ਵਿੱਚੋਂ ਵੀ 2-4 ਜਿਹੜੇ ਮਾਲਕਾਨ ਸਨ ਉਹ ਵੀ ਆਏ ਔਰ ਉਹਨਾਂ ਨੇ ਵੀ ਆਪਣੇ ਖਰੀਦਣ ਦਾ ਜਾਂ ਆਪਣੀ ਉਹ ਫੈਕਟਰੀ ਲੈਣ ਦਾ ਜ਼ਾਹਰ ਕੀਤਾ। ਉਹਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਸਾਰੇ ਫਲਾਣੇ ਦਿਨ ਜਿਹੜਾ ਉਹ ਮੈਂ ਐਲਾਨ ਕਰਨਾ ਅਤੇ ਤੁਸੀਂ ਉੱਥੇ ਆ ਜਿਓ ਅਤੇ ਜਿਹਦੇ ਮੁਕੱਦਰਾਂ 'ਚ ਹੋਈ ਚਾਬੀ ਮੈਂ ਉਹਨੂੰ ਦੇ ਦਿਆਂਗਾ। ਠੀਕ ਹੈ ਜੀ। ਇਕੱਠ ਹੋ ਗਿਆ ਕਈ ਹਜ਼ਾਰ ਦਾ ਔਰ ਉਸ ਕਈ ਹਜ਼ਾਰ ਦੇ ਵਿੱਚ ਜਿਸ ਵਕਤ ਉਹਨੇ ਚਾਬੀ ਦਾ ਐਲਾਨ ਕੀਤਾ ਨਾ ਅਤੇ ਉਹਨੇ ਉਸ ਕਲਰਕ ਨੂੰ ਆਪਣੇ ਕੋਲ ਬੁਲਾਇਆ ਉੱਥੇ ਔਰ ਉਹਨੇ ਕਿਹਾ ਕਿ ਇਹ ਚਾਬੀ ਦਾ ਵਾਹਿਦ ਇਹ ਬੰਦਾ ਹੱਕਦਾਰ ਹੈ। ਮੈਨੂੰ ਉਮੀਦ ਹੈ ਕਿ ਮੇਰੇ ਬਾਅਦ ਇਹ ਫੈਕਟਰੀ ਪਹਿਲੇ ਤੋਂ ਜ਼ਿਆਦਾ ਤਰੱਕੀ ਕਰੇਗੀ ਔਰ ਇਹਦਾ ਨਾਂ ਐਡਾ ਵੱਡਾ ਹੋ ਜਾਏਗਾ ਕਿ ਸ਼ਾਇਦ ਉੱਥੇ ਤੱਕ ਮੈਂ ਨਹੀਂ ਪਹੁੰਚ ਸਕਦਾ ਕਿਉਂਕਿ ਇਸ ਬੰਦੇ ਨੇ ਮਿਹਨਤ ਕੀਤੀ ਹੈ ਔਰ ਮੈਂ ਦੇਖ ਰਿਹਾ ਸੀ ਕਿ ਹਰ ਬੰਦਾ ਟਾਈਮ ਪਾਸ ਹੈ। ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਕਿ ਕੰਮ ਕਰਨ ਦੀ।